ਅੰਮ੍ਰਿਤ ਵੇਲੇ ਦੀ ਮਹਾਨਤਾ ਦਾ ਦੂਜਾ ਹਿੱਸਾ ਸ਼ੁਰੂ ਕਰਦੇ ਹਾਂ। ਅੰਮ੍ਰਿਤ ਵੇਲਾ ਹੀ ਅਸਲ ਕਰਮ ਦਾ ਵੇਲਾ ਹੈ। ਸੁਰਤ ਕੁਲ ਬ੍ਰਹਿਮੰਡੀ ਵਰਤਾਰੇ ਦੇ ਤਾਣੇ ਬਾਣੇ ਨੂੰ ਜਰਦੀ ਹੋਈ ਮੌਤ ਦੇਸ਼ ਤੋਂ ਪਾਰ ਜਾਣ ਵਾਲਾ ਕਰਮ ਕਮਾਉਣ ਬੈਠਦੀ ਹੈ। ਅੰਮ੍ਰਿਤ ਵੇਲਾ ਹੀ ਅਸਲ ਕਰਮ ਦਾ ਵੇਲਾ ਹੈ। ਸੁਰਤ ਕੁਲ ਬ੍ਰਹਿਮੰਡੀ ਵਰਤਾਰੇ ਦੇ ਤਾਣੇ ਬਾਣੇ ਨੂੰ ਜਰਦੀ ਹੋਈ ਮੌਤ ਦੇਸ਼ ਤੋਂ ਪਾਰ ਜਾਣ ਵਾਲਾ ਕਰਮ ਕਮਾਉਣ ਬੈਠਦੀ ਹੈ। ਇਹ ਫ਼ਕਰਾਂ ਦੇ ਤ੍ਰਿੰਜਣ ਦਾ ਵੇਲਾ ਹੈ। ਚਰਖੇ ਦੀ ਘੂਕ ਦਾ ਵੇਲਾ ਹੈ। ਮੌਤ ਮੰਡਲ ਤੋਂ ਪਾਰਲਾ ਰਸ ਮੰਡਲ ਦੇਹ 'ਚ ਉਤਰ ਕਾਲ ਨੂੰ ਭਰਪੂਰ ਉਤਸ਼ਾਹ ਨਾਲ ਨਿਵਾਜਦਾ ਹੈ। ਅੰਮ੍ਰਿਤ ਵੇਲਾ ਸ਼ੁੱਧ ਕਰਮ ਦੀ ਘੜੀ ਹੈ ਅਤੇ ਬਾਕੀ ਦਿਨ ਸੇਵਾ ਦੀ ਸ਼ੁੱਧਤਾ ਲੈਣ ਦਾ ਚਾਅ ਹੈ। ਅੰਮ੍ਰਿਤ ਵੇਲਾ ਸ਼ੁੱਧ ਕਰਮ ਦੀ ਘੜੀ ਹੈ ਅਤੇ ਬਾਕੀ ਦਿਨ ਸੇਵਾ ਦੀ ਸ਼ੁੱਧਤਾ ਲੈਣ ਦਾ ਚਾਅ ਹੈ। ਜਦੋਂ ਸੁਰਤ ਸਹੀ ਸੰਤੁਲਨ ਵਿੱਚ ਆਪਣੀ ਤਲਾਸ਼ 'ਚ ਹੁੰਦੀ ਹੈ ਤਾਂ ਮਨ ਅਤੇ ਸਰੀਰ ਅੰਮ੍ਰਿਤ ਵੇਲੇ ਦੀ ਦਸਤਕ ਸੁਣ ਜਾਗਦੇ ਹਨ। ਇਹੋ ਸੁਰਤ ਦੇ ਰਾਗ ਦਾ ਵੇਲਾ ਹੈ। ਰਾਗੀ ਆਪਣੇ ਸਾਜ਼ਾਂ ਸਮੇਤ ਹਾਜ਼ਰ ਹੁੰਦੇ ਹਨ। ਜਿਨ੍ਹਾਂ ਚਲਾਇਮਾਨ ਜਗਤ ਦਾ ਸੱਚ ਜਾਣ ਲਿਆ, ਜੋ ਮੁਸਾਫਰ ਥੀ ਗਏ, ਉਹਨਾਂ ਲਈ ਭੋਰ ਤੁਰਨ ਦਾ ਵੇਲਾ ਹੈ। ਨਮਾਜ਼ੀ ਨੂੰ ਅਜ਼ਾਨ ਅਰਸ਼ੀ ਮਨਾਰਿਆਂ ਤੋਂ ਸੱਦਾ ਦੇ ਰਹੀ ਹੈ। ਨਮਾਜ਼ ਨੀਂਦ ਤੋਂ ਬਿਹਤਰ ਹੈ। ਇਸ ਵੇਲੇ ਦਾ ਜਾਗਰਤ ਅਨੁਭਵ ਨਾ ਹੋਣਾ ਨੀਂਦ ਦੀ ਅਜਿਹੀ ਗਫਲਤ ਦਾ ਅੱਖਾਂ 'ਤੇ ਪਿਆ ਪਰਦਾ ਹੈ ਕਿ ਮਨੁੱਖ ਆਪਣੀ ਸੰਪੂਰਨਤਾ ਦੀ ਰੋਸ਼ਨੀ ਤੋਂ ਵਾਂਝਾ ਰਹਿ ਜਾਂਦਾ ਹੈ। ਇਹ ਮਨੁੱਖ ਦੀ ਸਭ ਤੋਂ ਤਰਸਯੋਗ ਹਾਲਤ ਹੈ ਕਿ ਉਸ ਦੀ ਸੰਪੂਰਨਤਾ ਦਾ ਚਾਨਣ ਉਸ 'ਤੇ ਗੀਤ ਬਣ ਝਰਨਾ ਚਾਹੁੰਦਾ ਹੈ, ਪਰ ਉਹ ਆਪਣੇ ਅਸਲ ਨੂੰ ਅਵੇਸਲੀ ਨੀਂਦ ਹਵਾਲੇ ਕਰਕੇ ਬੈਠਾ ਹੈ। ਭਾਈ ਨੰਦ ਲਾਲ ਗੋਇਆ ਜੀ ਦੇ ਫਾਰਸੀ ਵਿੱਚ ਬਚਨ ਹਨ: ਸੁਬਹ ਦਮ ਗੋਇਆ ਤਮਾਸ਼ਾ ਏ ਅਜੀਬ, ਜੁਮਲਾ ਆਲਮ ਖੁਫਤ ਵੈ ਬੇਦਾਰ ਸ਼ਮੈ। ਨਿਰਮਲ ਹੋ ਮੌਲਦੀ ਦੇਹੀ, ਕਾਇਨਾਤ ਦਾ ਨਿੱਕਾ ਜੁੱਜ ਨਹੀਂ ਰਹਿੰਦੀ। ਨਿਰਮਲ ਹੋ ਮੌਲਦੀ ਦੇਹੀ, ਕਾਇਨਾਤ ਦਾ ਨਿੱਕਾ ਜੁੱਜ ਨਹੀਂ ਰਹਿੰਦੀ, ਕਿਉਂਕਿ ਰੁੱਤਾਂ, ਮੌਸਮ, ਸਮੇਂ ਦੀ ਹਰਕਤ ਅਤੇ ਗਗਨਾਂ ਦੀ ਤੋਰ ਉਸ ਨੂੰ ਗਹਿਣੇ ਬਣ ਬਣ ਸ਼ਿੰਗਾਰਦੇ ਅਤੇ ਆਪਣਾ ਮੂਲ ਧੁਰਾ ਮਨ ਪ੍ਰਕਰਮਾ ਕਰਦੇ ਹਨ। ਜਿਨ੍ਹਾਂ ਸੁਹਾਗਣਾਂ ਨੂੰ ਸਮੇਂ ਨੇ ਆਪ ਸ਼ਿੰਗਾਰਿਆ ਹੈ, ਜਿਨ੍ਹਾਂ ਦੀ ਸ਼ਾਮ ਪਿਆ ਦੇ ਆਉਣ ਨਾਲ ਸ਼ਿੰਗਾਰੀ ਗਈ ਅਤੇ ਰਾਤ ਦੀਆਂ ਕਾਲਖਾਂ ਦੇ ਨਿਮਾਣੀ ਜਿੰਦ 'ਤੇ ਪੈਣ ਵਾਲੇ ਭੈ ਸੁੱਖ ਨੀਂਦ ਵਿੱਚ ਗਾ ਉੱਠੇ। ਅੰਮ੍ਰਿਤ ਵੇਲਾ ਉਹਨਾਂ ਸੁਹਾਗਣਾਂ ਦੇ ਕਰਮਾਂ 'ਚ ਕੋਲੀਆਂ ਬਲੌਰੀ ਗੈਬੀ ਉਂਗਲਾਂ ਦਾ ਲਿਖਿਆ ਤਰਾਨਾ ਹੈ। ਅੰਮ੍ਰਿਤ ਵੇਲਾ ਨਿਰਮਲ ਜਲਾਂ ਦੀ ਸ਼ੀਤਲਤਾ 'ਤੇ ਪੈਂਦੀ ਰਿਵੀ ਨਾਲ ਹਲੋਰੇ ਲੈਂਦਾ ਕਮਲ ਹੈ। ਕੂਲੀਆਂ ਟਿੰਗਾਂ ਨੂੰ ਬੋਟ ਦੇ ਕੂਲੇ ਖੰਭਾਂ 'ਤੇ ਤੋਤਲੇ ਬੋਲਾਂ ਦੀ ਛੋਹ ਨਾਲ ਛਿੜੀ ਕੁਦਰਤ ਦੀ ਪਹਿਲ ਕੁਆਰੀ ਕੰਬਣੀ ਹੈ। ਕੰਚਨ ਭਾ ਮਾਰਦੇ ਉਜਵਲ ਲਲਾਟ ਲਈ, ਕੰਚਨ ਭਾ ਮਾਰਦੇ ਉਜਵਲ ਲਲਾਟ ਲਈ ਚੰਦਨ ਤਿਲਕ ਦੀ ਸ਼ੀਤਲਤਾ ਦਾ ਪ੍ਰਸ਼ਾਦ ਦਿੰਦਾ ਅੰਮ੍ਰਿਤ ਵੇਲਾ ਉਸਤਤ ਦਾ ਚਾਅ ਹੈ। ਬੇਆਸ ਹੋ ਉੱਚੇ ਮੰਦਰਾਂ ਤੋਂ ਬੋਝਲ ਕਦਮੀ ਉਤਰਦੀਆਂ ਹੰਝੂ ਰੁੱਧੀਆਂ ਰੀਝਾਂ ਨੂੰ ਘੋਰ ਰਾਤਾਂ ਦੇ ਦੁੱਖ ਕੱਟਣ ਦੇ ਬਾਵਜੂਦ ਅੰਮ੍ਰਿਤ ਵੇਲਾ ਉਹਨਾਂ ਦੀ ਤੀਬਰਤਾ ਅਤੇ ਉਡੀਕ ਨੂੰ
ਨਿਰਮਲ ਕਰਨ ਦਾ ਕਰਮ ਪ੍ਰਦਾਨ ਕਰਦਾ ਹੈ। ਉਸ ਦੀ ਹਜ਼ੂਰੀ ਤਾਂ ਸਦਾ ਹੈ, ਪਰ ਅਗਿਆਨਤਾ ਦੇ ਘੋਰ ਅੰਧਿਆਰ ਉਹ ਲੋਇਣ ਹੀ ਪ੍ਰਗਾਸਣ ਨਹੀਂ ਦਿੰਦੇ, ਜਿਨ੍ਹਾਂ ਵਿੱਚ ਅੰਮ੍ਰਿਤ ਵੇਲੇ ਦੇ ਚਾਨਣ ਭਰੇ ਕੌਲ ਉਲੱਦ ਦਿੱਤੇ ਹੋਣ। ਉਸ ਦੀ ਹਜ਼ੂਰੀ ਤਾਂ ਸਦਾ ਹੈ, ਪਰ ਅਗਿਆਨਤਾ ਦੇ ਘੋਰ ਅੰਧਿਆਰ ਉਹ ਲੋਇਣ ਹੀ ਪ੍ਰਗਾਸਣ ਨਹੀਂ ਦਿੰਦੇ, ਜਿਨ੍ਹਾਂ ਵਿੱਚ ਅੰਮ੍ਰਿਤ ਵੇਲੇ ਦੇ ਚਾਨਣ ਭਰੇ ਕੌਲ ਉਲੱਦ ਦਿੱਤੇ ਹੋਣ। ਕਾਇਨਾਤ ਦੀ ਤੋਰ ਦੇ ਸਗਲ ਸਦੀਵੀ ਵਰਤਾਰੇ ਆਪਣੇ ਸੰਘਣੇ ਪੇਚੀਦਾ ਨੇਮ ਦੀ ਤਰਲ ਇਕਸੁਰਤਾ 'ਚ ਹੀ ਰਹਿੰਦੇ ਹਨ। ਕਾਇਨਾਤ ਦੀ ਤੋਰ ਦੇ ਸਗਲ ਸਦੀਵੀ ਵਰਤਾਰੇ ਆਪਣੇ ਸੰਘਣੇ ਪੇਚੀਦਾ ਨੇਮ ਦੀ ਤਰਲ ਇਕਸੁਰਤਾ 'ਚ ਹੀ ਰਹਿੰਦੇ ਹਨ। ਮਨੁੱਖੀ ਸੂਝ ਦੇ ਪ੍ਰਚਲਿਤ ਵਿਧਾਨ ਭਾਵੇਂ ਅਣੂ ਹੋ ਖੰਡਿਤ ਰੂਪਾਂ 'ਚੋਂ ਕਿਸੇ ਖੜੋਤ ਤੋਂ ਮੁਕਤੀ ਪਾਉਣ ਹਿੱਤ ਖਿਆਲ ਦਾ ਜੇਤੂ ਨਿਸ਼ਾਨ ਝੁਲਾ ਦੇਣ, ਤਾਂ ਵੀ ਇਕਸਰ ਹੋਇਆ ਧਿਆਨ ਖੰਡਿਤ ਆਪੇ ਦੇ ਸਗਲੇ ਫੈਲਾਅ ਨੂੰ ਸਰ ਕਰਕੇ ਕਾਇਨਾਤ ਦੇ ਤਰਲ ਸੰਪੂਰਨ ਨੇਮ 'ਚ ਜਿਉਣ ਲੱਗ ਜਾਂਦਾ ਹੈ। ਮਨੁੱਖੀ ਸੂਝ ਦੇ ਪ੍ਰਚਲਿਤ ਵਿਧਾਨ ਭਾਵੇਂ ਅਣੂ ਹੋ ਖੰਡਿਤ ਰੂਪਾਂ 'ਚੋਂ ਕਿਸੇ ਖੜੋਤ ਤੋਂ ਮੁਕਤੀ ਪਾਉਣ ਹਿੱਤ ਖਿਆਲ ਦਾ ਜੇਤੂ ਨਿਸ਼ਾਨ ਝੁਲਾ ਦੇਣ, ਤਾਂ ਵੀ ਇਕਸਰ ਹੋਇਆ ਧਿਆਨ ਖੰਡਿਤ ਆਪੇ ਦੇ ਸਗਲੇ ਫੈਲਾਅ ਨੂੰ ਸਰ ਕਰਕੇ ਕਾਇਨਾਤ ਦੇ ਤਰਲ ਸੰਪੂਰਨ ਨੇਮ 'ਚ ਜਿਉਣ ਲੱਗ ਜਾਂਦਾ ਹੈ। ਖੰਡਿਤ ਆਪੇ ਦੀ ਬੇਹੱਦ ਪੇਚੀਦਾ ਸਥਿਤੀ ਤੇ ਫੈਲਾਅ ਦੇ ਅਸੰਖਾਂ ਮਿਲਵੇਂ ਰੂਪਾਂ ਦੀਆਂ ਸਗਲੀਆਂ ਸਥਿਤੀਆਂ ਨੂੰ ਜਰਦਿਆਂ ਉਸ ਪਿੱਛੇ ਕਾਰਜਸ਼ੀਲ ਕਾਇਨਾਤੀ ਇਕਸੁਰਤਾ ਨੂੰ ਪਾ ਲੈਣਾ ਅੰਮ੍ਰਿਤ ਵੇਲੇ ਦਾ ਪ੍ਰਗਟ ਹੋਣਾ ਹੀ ਹੈ। ਖੰਡਿਤ ਆਪੇ ਦੀ ਬੇਹੱਦ ਪੇਚੀਦਾ ਸਥਿਤੀ ਤੇ ਫੈਲਾਅ ਦੇ ਅਸੰਖਾਂ ਮਿਲਵੇਂ ਰੂਪਾਂ ਦੀਆਂ ਸਗਲੀਆਂ ਸਥਿਤੀਆਂ ਨੂੰ ਜਰਦਿਆਂ ਉਸ ਪਿੱਛੇ ਕਾਰਜਸ਼ੀਲ ਕਾਇਨਾਤੀ ਇਕਸੁਰਤਾ ਨੂੰ ਪਾ ਲੈਣਾ ਅੰਮ੍ਰਿਤ ਵੇਲੇ ਦਾ ਪ੍ਰਗਟ ਹੋਣਾ ਹੀ। ਜਦੋਂ ਕਵੀ ਸੁਰਤ ਕਾਇਨਾਤ ਦੇ ਸਗਲੇ ਤਾਲ ਵਿੱਚ ਨਾਲ ਇਕਸੁਰ ਹੋ ਮਹਾਵਰਤਾਰੇ ਦੇ ਅਚੰਭਕ ਨਿਰਤ ਦੀ ਰਵਾਨਗੀ 'ਚ ਵਹਿੰਦੀ ਹੈ, ਤਾਂ ਕਵੀ ਦਾ ਤਨ ਤੇ ਮਨ ਉਸ ਤਾਲ ਵਿੱਚ ਹੀ ਢਲ ਜਾਂਦਾ ਹੈ। ਜਦੋਂ ਕਵੀ ਸੁਰਤ ਕਾਇਨਾਤ ਦੇ ਸਗਲੇ ਤਾਲ ਨਾਲ ਇਕਸੁਰ ਹੋ ਮਹਾਵਰਤਾਰੇ ਦੇ ਅਚੰਭਕ ਨਿਰਤ ਦੀ ਰਵਾਨਗੀ 'ਚ ਵਹਿੰਦੀ ਹੈ, ਤਾਂ ਕਵੀ ਦਾ ਤਨ ਤੇ ਮਨ ਉਸ ਤਾਲ ਵਿੱਚ ਹੀ ਢਲ ਜਾਂਦਾ ਹੈ। ਇੱਥੇ ਕਵੀ ਜੀਵਨ ਤੇ ਉਸਦੇ ਗੀਤ ਵਿੱਚ ਪਾਰਦਰਸ਼ੀ ਇਕਸੁਰਤਾ ਮੌਲਦੀ ਹੈ। ਦੇਹ ਆਪਣੇ ਛੁਪੇ ਅਨਮੋਲ ਖਜ਼ਾਨੇ ਦਾ ਝਲਕਾਰਾ ਪਾ ਆਪਣੀਆਂ ਸੀਮਾਵਾਂ ਤੋਂ ਬਾਹਰ ਆਉਣਾ ਸ਼ੁਰੂ ਕਰਦੀ ਹੈ। ਦੇਹ ਆਪਣੇ ਛੁਪੇ ਅਨਮੋਲ ਖਜ਼ਾਨੇ ਦਾ ਝਲਕਾਰਾ ਪਾ ਆਪਣੀਆਂ ਸੀਮਾਵਾਂ ਤੋਂ ਬਾਹਰ ਆਉਣਾ ਸ਼ੁਰੂ ਕਰਦੀ ਹੈ। ਰਸਾਂ ਦੇ ਤਰੰਗ, ਵਿਸਮਾਦ ਦੀਆਂ ਕੰਬਣੀਆਂ ਅਤੇ ਕੁਦਰਤ ਦੇ ਮਹਾਂਪਸਾਰੇ ਨਾਲ ਇਕਮਿਕਤਾ ਦਾ ਅਹਿਸਾਸ ਦੇਹ ਨੂੰ ਉੱਡਣੇ ਚਾਵਾਂ ਨਾਲ ਭਰ ਦਿੰਦਾ ਹੈ। ਕਾਲ ਦੇ ਭਾਰੀ ਬੋਝਲ ਕਦਮਾਂ ਥੱਲੇ ਨਪੀੜੀ ਹਰ ਸ਼ੈ ਨੂੰ ਇਹ ਅਨੁਭਵ ਵਿਸਮਾਦ ਭਰਪੂਰ ਕਰਨ ਦੀ ਸਮਰੱਥਾ ਰੱਖਦਾ ਹੈ। ਕਾਲ ਦੇ ਭਾਰੀ ਬੋਝਲ ਕਦਮਾਂ ਥੱਲੇ ਨਪੀੜੀ ਹਰ ਸ਼ੈ ਨੂੰ ਇਹ ਅਨੁਭਵ ਵਿਸਮਾਦ ਭਰਪੂਰ ਕਰਨ ਦੀ ਸਮਰੱਥਾ ਰੱਖਦਾ ਹੈ। ਆਰਿਆਂ ਥੱਲੇ ਵੀ ਪ੍ਰੀਤ ਦਾ ਗੀਤ ਗਾਉਣ ਦਾ ਬਲ ਇਸ ਵਿੱਚ ਪ੍ਰਗਟ ਹੋ ਜਾਂਦਾ ਹੈ। ਦੇਹ ਆਪਣੀ ਸਥਾਨਕਤਾ ਦੇ ਬੋਝਾਂ ਤੋਂ ਮੁਕਤ ਹੋ ਵਿਸ਼ਾਲ ਬ੍ਰਹਿਮੰਡਤਾ ਦੇ ਤਾਲ ਨਾਲ ਇਕਸੁਰ ਹੋ ਜਾਂਦੀ ਹੈ। ਪਰਮਵੀਰ ਸਿੰਘ ਨਾਲ ਲੰਮਾ ਸਮਾਂ ਰਹਿ ਕੇ ਮੈਂ ਅਨੁਭਵ ਕੀਤਾ ਹੈ ਕਿ ਉਸ ਅੰਦਰਲੀ ਨਿਰਛਲਤਾ, ਜੀਵਨ ਲਈ ਤਰਸ, ਬਾਲਾਂ ਵਰਗੀ ਮਾਸੂਮੀ ਤੇ ਚਾਅ, ਦੁੱਖ ਪ੍ਰਤੀ ਅਥਾਹ ਸੰਵੇਦਨਾ ਅਤੇ ਧਿਆਨ ਦੀ ਪਰਾਹ ਉਡਾਰੀ ਉਸ ਨੂੰ ਹਰ ਘੜੀ ਕਿਸੇ ਵਿਸਮਾਦੀ ਹੁਲਾਰ 'ਚ ਰੱਖਦੀ ਹੈ। ਉਸ ਨਾਲ ਰਹਿਣਾ, ਤੁਰਨਾ, ਗੱਲਾਂ ਕਰਨੀਆਂ ਸਭ ਕਵਿਤਾ ਮਾਨਣਾ ਹੀ ਹੈ।
ਸੋ ਅਜਿਹੀ ਨਿਰਮਲਤਾ ਜਦੋਂ ਕੁਦਰਤ ਦੀ ਰਮਜ 'ਚ ਜਿਉਂਦੀ ਹੈ ਤਾਂ ਉਸਨੇ ਅੰਮ੍ਰਿਤ ਵੇਲੇ ਦੀ ਉਪਰੋਕਤ ਤਾਜ਼ਗੀ ਦੇ ਇਕਸੁਰ ਹੋਣਾ ਹੀ ਸੀ। ਅੰਮ੍ਰਿਤ ਵੇਲਾ ਤਕਰੀਬਨ ਸਾਰਾ ਹੀ ਕਾਵਿ ਸੰਗ੍ਰਹਿ ਅੰਮ੍ਰਿਤ ਵੇਲੇ ਗਾਇਆ ਗਿਆ ਹੈ। ਅੰਮ੍ਰਿਤ ਵੇਲੇ ਦਾ ਉੱਪਰ ਵਰਣਿਤ ਸਗਲਾ ਪਸਾਰ ਹੀ ਇਸ ਕਾਵਿ ਸੰਗ੍ਰਹਿ ਵਿੱਚ ਤਾਲਬੱਧ ਰੂਪ ਵਿੱਚ ਸਮਾਇਆ ਹੋਇਆ ਹੈ। ਅੰਮ੍ਰਿਤ ਵੇਲਾ ਕਾਲਖੰਡ ਵਿੱਚ ਜਾਗੀਆਂ ਰੂਹਾਂ, ਸੁੱਚੇ ਪਲਾਂ, ਭਾਵਾਂ, ਕੁਦਰਤ ਦੀ ਸਵੱਛਤਾ, ਜੀਵਨ ਦੇ ਦੁੱਖ ਪ੍ਰਤੀ ਅਥਾਹ ਤਰਸ ਅਤੇ ਮਹਾਂਵਿਸਮਾਦ ਦੇ ਵਿਰਾਟ ਅਨੁਭਵ ਦੀ ਦੈਵੀ ਸੰਗਤ ਹੈ। ਇਹ ਕੋਈ ਮਾਨਸਿਕ ਧਰਾਤਲ ਦੇ ਅਕਹਿਰੇ ਸੋਝਮਈ ਸਵਾਦ ਦੀ ਮਹਿਫਲ ਨਹੀਂ, ਬਲਕਿ ਇਹ ਮਨੁੱਖ ਦੀ ਸੁਰਤ 'ਚ ਸਜੀ ਸੰਗਤੀ ਦਿਵਤਾ ਹੈ, ਜੋ ਸਮਾਜਿਕ ਮਰਿਆਦਾ ਦਾ ਸੇਵਾ ਦੇ ਪਹਿਲੂ ਤੋਂ ਪਲਦਾ ਰਸ਼ਕ ਸ਼ਹਾਦਤੀ ਚੋਜ ਪ੍ਰਗਟ ਕਰਦੀ ਹੈ। ਇੱਥੇ ਹਨੇਰੇ ਦੇ ਸਭ ਪਹਿਲੂ ਨੂਰਾਨੀ ਤੇਜ ਨਾਲ ਚੀਰ ਦਿੱਤੇ ਗਏ ਹਨ, ਜਾਂ ਇੰਜ ਕਹੀਏ ਕਿ ਹਨੇਰਾ ਵੀ ਚਾਨਣ ਆਸਰੇ ਪਲਦਾ ਉਸ ਦੀ ਸੇਵਾ 'ਚ ਹੈ ਦਾ ਅਨੁਭਵ ਗੀਤ ਬਣ ਗਿਆ। ਇੱਥੇ ਹਨੇਰੇ ਦੇ ਸਭ ਪਹਿਲੂ ਨੂਰਾਨੀ ਤੇਜ ਨਾਲ ਚੀਰ ਦਿੱਤੇ ਗਏ ਹਨ, ਜਾਂ ਇੰਜ ਕਹੀਏ ਕਿ ਹਨੇਰਾ ਵੀ ਚਾਨਣ ਆਸਰੇ ਪਲਦਾ ਉਸ ਦੀ ਸੇਵਾ 'ਚ ਹੈ ਦਾ ਅਨੁਭਵ ਗੀਤ ਬਣ ਗਿਆ। ਕਵੀ ਦੀ ਸੰਵੇਦਨਾ ਅਤੇ ਸੁਹਿਰਦਤਾ ਦਾ ਸਮਰਪਣ ਕੁਝ ਅਜਿਹਾ ਹੈ ਕਿ ਇਹ ਕਾਵਿ ਸੰਗ੍ਰਹਿ ਅੰਮ੍ਰਿਤ ਵੇਲੇ ਦਾ ਹੀ ਫੈਲਾਅ ਬਣ ਗਿਆ ਹੈ। ਪਿਆਰ ਵਿੱਚ ਨਕਸ਼ਾਂ ਦਾ ਬਦਲਣਾ, ਦੇਹਾਂ ਦਾ ਇੱਕ ਦੂਜੇ ਦੇ ਅੰਦਾਜ਼ 'ਚ ਢਲ ਜਾਣਾ ਕੋਈ ਅਲਵਕਾਰੀ ਬਾਤ ਨਹੀਂ। ਗਲਬ ਜੀ ਲਿਖਦੇ ਹਨ, ਰਗੇ ਲੈਲਾ ਕੋ ਖਾਕ ਦਸ਼ਤ ਮਜਨੂ ਰੀਸ਼ਕੀ ਬਖਸ਼ੇ, ਗਰਬੋ ਦੇ ਬਜਾਏ ਦਾਨ ਦਹਿਕਾ ਨੋਕ ਨਸ਼ਤਰ ਕੀ। ਅੰਮ੍ਰਿਤ ਵੇਲਾ, ਮਾਂ ਦਾ ਅੰਮ੍ਰਿਤ ਵੇਲਾ, ਮੋਹੇ ਔਰ ਨਾ ਥਾਓ ਅਤੇ ਪ੍ਰਭਾਤੀ ਸੁਪਨਾ ਆਦਿ ਕਵਿਤਾਵਾਂ ਇਸ ਵੇਲੇ ਦੀ ਰਸਾਇਣੀ ਕਲਾ ਨੂੰ ਉਜਾਗਰ ਕਰਦੀਆਂ ਹਨ। ਇਸ ਕਾਵਿ ਸੰਗ੍ਰਹਿ ਨੇ ਅੰਮ੍ਰਿਤ ਵੇਲੇ ਦੀ ਅਨੁਭੂਤੀ ਅਤੇ ਸਿਰਜਣਾਤਮਕ ਅਮਲ ਦੇ ਜਲਾਉ ਨੂੰ ਇੱਕ ਦੂਜੇ 'ਚ ਹਲੂਲ ਕਰ ਦਿੱਤਾ ਹੈ। ਅੰਮ੍ਰਿਤ ਵੇਲਾ ਸਮੇਂ ਵਿੱਚ ਕਿਸੇ ਕੌਤਕੀ ਰਮਜ 'ਚ ਠਹਿਰਿਆ ਉਹ ਹੋਂਦਮਈ ਰੂਪ ਹੈ ਜਿਸ ਦਾ ਅਨੁਭਵ ਕਾਲ ਦੇ ਹਰ ਦਵੈਤ ਤੋਂ ਮੁਕਤ ਹੈ। ਉਹ ਪਾਰਦਰਸ਼ੀ ਨਿਰਾਕਾਰਤਾ ਦਾ ਰਸਕ ਆਕਾਰ ਹੈ। ਉਹ ਪਾਰਦਰਸ਼ੀ ਨਿਰਾਕਾਰਤਾ ਦਾ ਰਸਕ ਆਕਾਰ ਹੈ। ਉਹ ਗੁਰਬਾਣੀ ਵਿਚਲੇ ਰਹਾਉ ਵਰਗਾ ਕੇਂਦਰ ਹੈ ਜੋ ਅਨੰਤ ਅਨੇਕਤਾ ਨੂੰ ਆਪਣੇ ਦੁਆਲੇ ਪ੍ਰਕਰਮਾ ਕਰਵਾਉਂਦਾ ਹੋਇਆ ਉਸ ਦੀ ਸੰਪੂਰਨ ਆਜ਼ਾਦੀ ਦੀ ਮੰਜ਼ਿਲ ਦਾ ਜਾਮਨ ਹੈ। ਇਹ ਫਲਸਫਾਨਾ ਪਰਾਭੌਤਿਕਤਾ ਦਾ ਕੇਂਦਰ ਨਹੀਂ। ਇਹ ਫਲਸਫਾਨਾ ਪਰਾਭੌਤਿਕਤਾ ਦਾ ਕੇਂਦਰ ਨਹੀਂ ਜੋ ਹੋਂਦ ਦੇ ਰਸਕ ਫੈਲਾਅ ਨੂੰ ਕਿਸੇ ਸੂਖਮ ਸੰਕਲਪਕ ਜੁਗਤ ਨਾਲ ਅੰਦਰੋਂ ਗੁਲਾਮ ਕਰ ਉਸ ਨੂੰ ਆਪਣੇ ਫੈਲਾਅ ਲਈ ਵਰਤਦਾ ਹੈ। ਇਹ ਕੇਂਦਰ ਅਸਲ ਵਿੱਚ ਸਰਬ ਵਿਆਪਕ ਹੈ ਜੋ ਅਧੂਰੇਪਣ ਦੀ ਅਨੰਤਤਾ ਨੂੰ ਵੀ ਤਰਸ ਤੇ ਹਮਦਰਦੀ ਨਾਲ ਪਾਲਦਾ ਕਿਸੇ ਮੰਜ਼ਿਲ 'ਤੇ ਪਹੁੰਚਾਉਣ ਲਈ ਯਤਨਸ਼ੀਲ ਹੈ। ਸੋ ਹੋਂਦ ਦਾ ਕਾਲ ਚੇਤਨਾ ਦੇ ਮੌਤ ਭੈ ਤੋਂ ਮੁਕਤ ਛਿਨ ਅੰਮ੍ਰਿਤ ਵੇਲਾ ਬਣਦਾ ਹੈ। ਸੋ ਹੋਂਦ ਦਾ ਕਾਲ ਚੇਤਨਾ ਦੇ ਮੌਤ ਭੈ ਤੋਂ ਮੁਕਤ ਛਿਨ ਅੰਮ੍ਰਿਤ ਵੇਲਾ ਬਣਦਾ ਹੈ। ਇਹ ਵਿਚਾਰ ਪ੍ਰੋਫੈਸਰ ਜਗਦੀਸ਼ ਸਿੰਘ ਜੀ ਨੇ ਅੰਮ੍ਰਿਤ ਵੇਲਾ ਕਿਤਾਬ ਜੋ ਕਿ ਪਰਮਵੀਰ ਸਿੰਘ ਨੇ ਲਿਖੀ ਹੈ ਉਸ ਦੀ ਭੂਮਿਕਾ ਵਿੱਚ ਦਰਜ ਕੀਤੇ ਹਨ ਜੀ। ਮੈਂ ਤਾਂ ਸਿਰਫ ਇਸ ਨੂੰ ਸ਼ਬਦਾਂ ਨੂੰ ਬੋਲਣ ਦੀ ਸੇਵਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।